ਬੀਬੀਆਂ ਦੀ ਹੱਟੀ ਦੇ ਵਿੱਚ ਕਿਹੜੇ ਤਰ੍ਹਾਂ ਦੇ ਕੰਮ ਜਿਹੜੇ ਨੇ ਉਹ ਤੁਸੀਂ ਮੋਟੀਵੇਟ ਕਿਵੇਂ ਕਰਦੇ ਹੋ ਲੇਡੀਜ਼ ਨੂੰ? ਜਿਹੜੀਆਂ ਲੇਡੀਜ਼ ਬੇਰੋਜ਼ਗਾਰ ਨੇ, ਨੀਡੀ ਨੇ, ਉਹਨਾਂ ਨੂੰ ਅਸੀਂ ਘਰ ਬੈਠਿਆਂ ਨੂੰ ਰੋਜ਼ਗਾਰ ਦਿੰਦੇ ਹਾਂ। ਫਿਰ ਟ੍ਰੇਨਿੰਗ ਕਿੱਥੇ ਦਿੰਦੇ ਹੋ? ਇੱਥੇ ਵੀ ਦਿੱਤੀ ਜਾਂਦੀ ਟ੍ਰੇਨਿੰਗ। ਤੇ ਜੇ ਕੋਈ ਲੇਡੀਜ਼ ਦੂਰੋਂ ਆ ਨਹੀਂ ਸਕਦੀ ਆ, ਫਿਰ ਅਸੀਂ 20 ਲੇਡੀਜ਼ ਇਕੱਠੀਆਂ ਕਰਦੇ ਹਾਂ, ਫਿਰ ਉੱਥੇ ਹੀ ਜਾ ਕੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਜਿਹੜੇ ਇੱਥੇ ਸਾਡੇ ਕੋਲ ਪ੍ਰੋਜੈਕਟ ਹੈ ਉਹ ਛੋਟੀ ਅਮਾਊਂਟ ਨਾ ਕਹਿ, ਕਿਉਂਕਿ ਉਹਦੇ ਲਈ ਕੋਈ ਜ਼ਿਆਦਾ ਸਾਨੂੰ ਲੱਖਾਂ ਕਰੋੜਾਂ ਦੀ ਲੋੜ ਨਹੀਂ ਆ। ਕੂਲਰ ਦੇ ਵਿੱਚ ਚਾਹ, ਲੱਸੀ, ਦੁੱਧ ਪੀ ਲੈਂਦੇ ਆ, ਤੇ ਉਸ ਤੋਂ ਬਾਅਦ ਇਹ ਵੇਸਟ ਹੋ ਜਾਂਦਾ ਹੈ। ਕਿਚਨ ਦਾ ਵੇਸਟ ਹੁੰਦਾ ਆ, ਉਹਦੇ ਨਾਲ ਅਸੀਂ ਖਾ ਕੇ ਉਹ ਖਾਦ ਵਿੱਚ ਪਾ ਕੇ ਅਸੀਂ ਇਹ ਵੀ ਸੇਲ ਕਰਦੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਵੇਸਟ ਮਟੀਰੀਅਲ ਤੋਂ ਜਿਹੜੇ ਬੈਗਸ ਨੇ ਉਹ ਤਿਆਰ ਕਰਵਾਏ ਗਏ ਨੇ। ਰੋਜ਼ਗਾਰ ਮਿਲਦਾ ਹੈ, ਪੈਸਾ ਮਿਲਦਾ ਹੈ, ਜਿਹਨਾਂ ਲੇਡੀਜ਼ ਨੂੰ ਲੋੜ ਹੈ ਉਹਨਾਂ ਦੇ ਲਈ ਇਹ ਅੱਗੇ ਆਉਂਦੇ ਨੇ। ਵਨ ਇੰਡੀਆ ਪੰਜਾਬੀ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਅਮਨਦੀਪ ਸਵਾਗਤ ਕਰਦੀ ਹਾਂ। ਲੇਡੀਜ਼ ਦੇ ਹੱਥਾਂ ਦੇ ਵਿੱਚ ਬਹੁਤ ਹੁਨਰ ਹੁੰਦਾ, ਮਲਟੀ ਟੈਲੈਂਟਡ ਹੁੰਦੀਆਂ ਨੇ। ਘਰ ਦਾ ਕੰਮ ਦੇ ਨਾਲ ਉਹ ਸਿਲਾਈ ਕਢਾਈ, ਬਹੁਤ ਸਾਰੇ ਕਾਰਜ ਨੇ, ਕਿਰਤ ਨੇ ਜਿਨ੍ਹਾਂ ਤੇ ਆਪਣਾ ਹੁਨਰ ਜਿਹੜਾ ਹੈ ਉਹ ਦਿਖਾਉਂਦੀਆਂ ਨੇ। ਪਰ ਕਈਆਂ ਤੋਂ ਸਮਾਂ ਇੰਨਾ ਨਹੀਂ ਹੁੰਦਾ ਕਿ ਬਾਹਰ ਆ ਕੇ ਉਹ ਕੰਮ ਕਰ ਸਕਣ, ਪਰ ਘਰ ਦੇ ਖਰਚਿਆਂ ਦੇ ਵਿੱਚ ਉਹ ਜ਼ਰੂਰ ਸਾਥ ਦੇਣਾ ਚਾਹੁੰਦੀਆਂ ਨੇ। ਸੋ ਅੱਜ ਜਿਹੜੀ ਜਗ੍ਹਾ ਤੇ ਤੁਹਾਨੂੰ ਲੈ ਕੇ ਆਈਆਂ, ਉਹ ਜਗ੍ਹਾ ਕੁਝ ਅਜਿਹੀ ਹੈ ਜੋ ਘਰ ਦੇ ਵਿੱਚ ਜਿਨ੍ਹਾਂ ਕੋਲ ਸਮਾਂ ਨਹੀਂ ਹੈ ਬਾਹਰ ਆ ਕੇ ਕੰਮ ਕਰਨ ਦਾ, ਔਰਤਾਂ ਦੇ ਹੁਨਰ ਨੂੰ ਜੋ ਹੈ ਤਵੱਜੋ ਦਿੰਦਾ ਹੈ। ਸੋ ਮੈਂ ਗੱਲ ਕਰ ਰਹੀ ਹਾਂ ਬੀਬੀਆਂ ਦੀ ਹੱਟੀ, ਜਿੱਥੇ ਹੱਥੀਂ ਕੀਤੇ ਹੋਏ ਕੰਮਾਂ ਨੂੰ ਇੰਨੀ ਤਵੱਜੋ ਦਿੱਤੀ ਜਾਂਦੀ ਹੈ ਕਿ ਮਤਲਬ ਤੁਸੀਂ ਸੋਚ ਸਕਦੇ ਹੋ ਕਿ ਉਹਨਾਂ ਦੇ ਹੁਨਰ ਨੂੰ ਪਹਿਚਾਣ ਮਿਲਦੀ ਹੈ। ਨਾਲ ਦੀ ਨਾਲ ਜਿਨ੍ਹਾਂ ਨੇ ਸਿੱਖਣਾ ਹੋਵੇ ਉਹ ਸਿੱਖਦੇ ਵੀ ਨੇ। ਅਤੇ ਗੱਲ ਕਰਾਂ ਬੈਗਸ, ਕੁੜਤੀ, ਬੱਚਿਆਂ ਦੇ ਕੱਪੜੇ, ਔਰ ਉਸ ਤੋਂ ਬਾਅਦ ਘਰ ਦੇ ਜਿਹੜੇ ਜ਼ਰੂਰੀ ਸਮਾਨ ਜਿਨ੍ਹਾਂ ਦੇ ਵਿੱਚ ਉਹ ਹੁਨਰ ਜਲਦੀ ਦਿਖਾ ਸਕਦੇ ਨੇ ਜਾਂ ਸਿੱਖਣਾ ਚਾਹੁੰਦੇ ਨੇ, ਹੈ ਨਾ, ਵੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਥੇ ਸਿਖਾਈਆਂ ਜਾਂਦੀਆਂ ਨੇ ਔਰ ਬਣਾਈਆਂ ਜਾਂਦੀਆਂ ਨੇ ਅਤੇ ਸੇਲ ਕੀਤੀਆਂ ਜਾਂਦੀਆਂ ਨੇ। ਸੋ ਜਿਵੇਂ ਤੁਸੀਂ ਦੇਖ ਰਹੇ ਹੋ, ਇਹ ਸਾਰੇ ਬੈਗ ਹੈਂਡਮੇਡਸ ਨੇ ਔਰ ਉਹਨਾਂ ਵੱਲੋਂ ਜੋ ਹੈ ਤਿਆਰ ਕੀਤੇ ਗਏ ਨੇ, ਘਰੋਂ ਜਿਹੜਾ ਕਹਿ ਲਓ ਵੀ ਘਰੋਂ ਤਿਆਰ ਕਰਕੇ ਅੱਗੇ ਭੇਜੇ ਗਏ ਨੇ। ਸੋ ਸਾਡੇ ਨਾਲ ਰੀਮਾ ਸੋਨੀ ਜੀ ਹੁਣੀ ਮੌਜੂਦ ਨੇ, ਉਹਨਾਂ ਨਾਲ ਜ਼ਰੂਰ ਤੁਹਾਡੀ ਗੱਲਬਾਤ ਕਰਾਵਾਂਗੇ। ਬਹੁਤ ਬਹੁਤ ਸਵਾਗਤ ਹੈ ਰੀਮਾ ਸੋਨੀ ਜੀ ਵਨ ਇੰਡੀਆ ਪੰਜਾਬੀ ਤੇ। ਧੰਨਵਾਦ ਜੀ। ਅੱਛਾ ਰੀਮਾ ਜੀ, ਮੈਂ ਤੁਹਾਡੀ ਸ਼ਾਪ 'ਤੇ ਜਦੋਂ ਆਈ, ਮੈਨੂੰ ਪਾਰਟ ਆਫ ਅਟਰੈਕਸ਼ਨ ਇਹ ਹੈ ਕਿ ਬੀਬੀਆਂ ਦੀ ਹੱਟੀ, ਹੈ ਨਾ। ਸੋ ਬੀਬੀਆਂ ਦੀ ਹੱਟੀ ਦੇ ਵਿੱਚ ਕਿਹੜੇ ਤਰ੍ਹਾਂ ਦੇ ਕੰਮ ਜਿਹੜੇ ਨੇ ਉਹ ਤੁਸੀਂ ਘਰੋਂ ਮਤਲਬ ਮੋਟੀਵੇਟ ਕਿਵੇਂ ਕਰਦੇ ਹੋ ਲੇਡੀਜ਼ ਨੂੰ ਵੀ, ਹੈ ਨਾ, ਜੇ ਤੁਸੀਂ ਬਾਹਰ ਨਹੀਂ ਆ ਸਕਦੇ ਤਾਂ ਘਰੋਂ ਕੰਮ ਕਰ ਦਿਓ, ਜਾਂ ਕਿਹੜੇ ਕੰਮ ਨੇ ਜਿਹੜੇ ਉਹ ਤੁਸੀਂ ਕਰਵਾਉਂਦੇ ਹੋ, ਜਾਂ ਵੀ ਕਹਿ ਲਓ ਵੀ ਅੱਗੇ ਜਿਹੜੇ ਉਹ ਸੇਲ ਕੀਤੇ ਜਾਂਦੇ ਨੇ ਪ੍ਰੋਡਕਟਸ? ਸ਼ਾਪ ਨੂੰ ਇੱਕ ਨਾਮ ਦਿੱਤਾ ਕਿ ਬੀਬੀਆਂ ਦੀ ਹੱਟੀ। ਉਹਦੇ ਵਿੱਚ ਜਿਹੜੀਆਂ ਲੇਡੀਜ਼ ਬੇਰੋਜ਼ਗਾਰ ਨੇ, ਨੀਡੀ ਨੇ, ਉਹਨਾਂ ਨੂੰ ਅਸੀਂ ਘਰ ਬੈਠਿਆਂ ਨੂੰ ਰੋਜ਼ਗਾਰ ਦਿੰਦੇ ਹਾਂ। ਤੇ ਰੋਜ਼ਗਾਰ ਉਹ ਦਿੰਦੇ ਜਿਹੜਾ ਉਹ ਕਰ ਸਕਦੀਆਂ, ਤੇ ਜਿਨ੍ਹਾਂ ਨੂੰ ਆਉਂਦਾ ਤਾਂ ਠੀਕ ਆ, ਅਸੀਂ ਉਹਨਾਂ ਨੂੰ ਘਰ ਬੈਠੇ ਕੰਮ ਦਿੰਦੇ। ਜਿਨ੍ਹਾਂ ਨੂੰ ਨਹੀਂ ਆਉਂਦਾ ਆ, ਅਸੀਂ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਹਾਂ। ਅਤੇ ਇਹ ਟ੍ਰੇਨਿੰਗ ਜਿਹੜੀ ਹੈ ਇਹ ਪਰਟੀਕੂਲਰ ਜਗ੍ਹਾ 'ਤੇ ਦਿੱਤੀ ਜਾਂਦੀ ਹੈ, ਜਾਂ ਫਿਰ ਉਹਨਾਂ ਦੇ ਪਿੰਡ ਜਾ ਕੇ ਜਾਂ ਉਹਨਾਂ ਦੇ ਜਿੱਥੇ ਉਹ ਰਹਿੰਦੀਆਂ ਨੇ ਉੱਥੇ ਜਾ ਕੇ ਇਕੱਠਾ ਕਰਕੇ ਟ੍ਰੇਨਿੰਗ ਦਿੱਤੀ ਜਾਂਦੀ ਹੈ? ਹਾਂਜੀ, ਪਹਿਲੇ ਅਸੀਂ ਉਹਨਾਂ ਦਾ ਸੈਲਫ ਹੈਲਪ ਗਰੁੱਪ ਬਣਾਉਂਦੇ ਆ, 10 ਲੇਡੀਜ਼ ਦਾ ਗਰੁੱਪ ਬਣਾ ਕੇ ਉਹਨਾਂ ਨੂੰ ਇੱਕ ਆਦਤ ਪਾਉਂਦੇ ਆ ਕਿ ਤੁਸੀਂ ਥੋੜੀ ਸੇਵਿੰਗ ਕਰੋ। 50-100 ਰੁਪਈਆ ਇਕੱਠੇ ਕਰਕੇ ਖਾਤਾ ਖੁਲਵਾਇਆ ਜਾਂਦਾ। ਫਿਰ ਗੌਰਮੈਂਟ ਵੱਲੋਂ ਵੀ ਉਹਨਾਂ ਨੂੰ 10,000 ਰੁਪਇਆ ਦਿੱਤਾ ਜਾਂਦਾ ਆ ਕਿ 10,000 ਰੁਪਇਆ ਉਹ, ਤੇ ਬਾਕੀ ਜਿਹੜੇ ਉਹਨਾਂ ਦੇ ਥੋੜੇ ਪੈਸੇ ਜੁੜੇ ਹੋਏ ਆ 3-4 ਹਜ਼ਾਰ ਰੁਪਇਆ, 14-15 ਹਜ਼ਾਰ ਨਾ ਉਹ ਛੋਟਾ ਜਿਹਾ ਕੋਈ ਵੀ ਬਿਜ਼ਨਸ ਕਰ ਸਕਦੀ ਹੈ। ਜਿਸ ਤਰ੍ਹਾਂ ਆਪਾਂ ਦੇਖ ਸਕਦੇ ਹਾਂ, ਇਹ ਵੇਸਟ ਪਰਦਾ, ਸੋਫੇ ਦੇ ਕੱਪੜੇ ਬਚ ਜਾਂਦੇ, ਛੋਟੇ ਪੀਸਸ ਬਚ ਜਾਂਦੇ, ਤੇ ਉਹ ਕੱਪੜਿਆਂ ਦੇ ਨਾਲ ਇਹ ਬੈਗ ਤਿਆਰ ਕੀਤੇ ਹੋਏ ਆ। ਅੱਛਾ ਰੀਮਾ ਜੀ, ਮੈਂ ਪੁੱਛਣਾ ਸੀਗਾ ਜਿਹੜੇ ਤੁਸੀਂ ਟ੍ਰੇਨਿੰਗ ਕਹਿੰਦੇ ਹੋ ਨਾ, ਵੀ ਟ੍ਰੇਨਿੰਗ ਕਿੱਥੇ ਦਿੰਦੇ ਹੋ? ਉਹਨਾਂ ਦੇ ਇੱਕ ਟ੍ਰੇਨਿੰਗ ਸੈਂਟਰ ਬਣਾਇਆ ਜਾਂਦਾ ਜਾਂ ਉਹਨਾਂ ਦੇ ਘਰ ਪਿੰਡ ਜਾ ਕੇ ਉਹਨਾਂ ਨੂੰ ਸਿਖਾਇਆ ਜਾਂਦਾ? ਟ੍ਰੇਨਿੰਗ ਜਿਹੜੀ ਹੈਗੀ ਆ ਉਹ ਅਸੀਂ ਵਿਰਸਾ ਵਿਹਾਰ ਦੇ ਵਿੱਚ ਵੀ ਦਿੰਦੇ ਆ, ਇੱਥੇ ਵੀ ਦਿੱਤੀ ਜਾਂਦੀ ਟ੍ਰੇਨਿੰਗ, ਬੀਬੀਆਂ ਦੀ ਹੱਟੀ 'ਚ ਵੀ ਦਿੱਤੀ ਜਾਂਦੀ ਆ। ਤੇ ਜੇ ਕੋਈ ਲੇਡੀਜ਼ ਦੂਰੋਂ ਆ ਨਹੀਂ ਸਕਦੀ ਆ ਕਿਰਾਇਆ ਵਜੋਂ, ਜਾਂ ਕੋਈ ਘਰਾਂ 'ਚ ਕਾਫੀ ਪ੍ਰੋਬਲਮ ਆਉਂਦੀ ਉਹਦੇ ਨਹੀਂ, ਫਿਰ ਅਸੀਂ 20 ਲੇਡੀਜ਼ ਇਕੱਠੀਆਂ ਕਰਦੇ, ਯਾਨੀ ਕਿ ਦੋ ਗਰੁੱਪ ਇਕੱਠੇ ਕਰਕੇ, ਤੇ ਉਹਨਾਂ ਨੂੰ ਪੁੱਛ ਲੈਂਦੇ ਵੀ ਤੁਸੀਂ ਕੰਮ ਕੀ ਸਿੱਖਣਾ ਚਾਹੁੰਦੇ ਹੋ। ਜਿਸ ਕੋਈ ਵੀ ਉਹਨਾਂ ਨੇ ਕੰਮ ਸਿੱਖਣਾ, ਫਿਰ ਉੱਥੇ ਹੀ ਜਾ ਕੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਸੋ ਸੈਲਫ ਹੈਲਪ ਜਿਹੜਾ ਗਰੁੱਪ ਹੈ ਤੁਸੀਂ ਉਹ ਬਣਾਉਂਦੇ ਹੋ, ਹੈ ਨਾ, ਵੀ ਥੋੜ੍ਹੀ ਸੇਵਿੰਗਸ ਕਰਨੀਆਂ ਸਿਖਾਉਂਦੇ ਹੋ, ਫਿਰ ਗਵਰਨਮੈਂਟ ਵੱਲੋਂ 10,000 ਰੁਪਇਆ ਆਉਂਦਾ ਹੈ। ਸੋ ਇਹ ਕਿਹੜੀ ਸਕੀਮ ਹੈ, ਕਿਸ ਤਹਿਤ ਜਿਹੜਾ 10,000 ਉਹਨਾਂ ਨੂੰ ਆਉਂਦਾ ਹੈ? NULM ਦੇ ਤਹਿਤ। ਉਹ ਬੇਸਿਕਲੀ ਲੇਡੀਜ਼ ਦੀ ਹੈਲਪ ਕਰਦੇ ਨੇ ਜਿਨ੍ਹਾਂ ਨੂੰ ਲੋੜ ਹੁੰਦੀ ਹੈ ਕੰਮ ਦੀ, ਵੀ 10,000 ਰੁਪਇਆ ਅਮਾਊਂਟ ਜਿਹੜੀ ਹੈ ਉਹਨਾਂ ਦੇ ਅਕਾਊਂਟ ਦੇ ਵਿੱਚ ਪਾ ਦਿੱਤੀ, ਔਰ ਉਸ ਤੋਂ ਬਾਅਦ ਉਹ ਜਿਹੜਾ ਆਪਦਾ ਬਿਜ਼ਨਸ ਹੈ, ਜਿਹੜੀ ਸਿਖਲਾਈ ਲੈ ਚੁੱਕੇ ਨੇ, ਉਹ ਜੇ ਸ਼ੁਰੂ ਕਰਨਾ, ਸਟਾਰਟਅਪ ਜਿਹਨੂੰ ਕਹਿ ਸਕਦੇ ਨਾ, ਵੀ ਸਟਾਰਟਅਪ ਦੇ ਲਈ ਦਿੱਤਾ ਜਾਂਦਾ। ਸਭ ਤੋਂ ਪਹਿਲੀ ਗੱਲ ਹੁੰਦੀ ਕਿ ਮੈਮ ਸਾਡੇ ਕੋਲ ਪੈਸਾ ਹੀ ਨਹੀਂ ਹੈ, ਅਸੀਂ ਕੰਮ ਕਿੱਥੋਂ ਸ਼ੁਰੂ ਕਰੀਏ। ਤੇ ਜਿਹੜੇ ਇੱਥੇ ਸਾਡੇ ਕੋਲ ਪ੍ਰੋਜੈਕਟ ਹੈ ਉਹ ਛੋਟੀ ਅਮਾਊਂਟ ਨਾ ਕਹਿ, ਕਿਉਂਕਿ ਉਹਦੇ ਲਈ ਕੋਈ ਜ਼ਿਆਦਾ ਸਾਨੂੰ ਲੱਖਾਂ ਕਰੋੜਾਂ ਦੀ ਲੋੜ ਨਹੀਂ ਹੈ। ਜਿਸ ਤਰ੍ਹਾਂ ਅਚਾਰ ਹੈ, ਅਚਾਰ ਤੁਸੀਂ 10-15 ਹਜ਼ਾਰ ਨਾਲ ਕੰਮ ਸ਼ੁਰੂ ਕਰ ਸਕਦੇ ਹੋ। ਫਰਨੈਲ ਦਾ ਆ, ਲੀਸਾਪੋਲ ਦਾ ਆ, ਜਾਂ ਬੈਗਾਂ ਦਾ ਆ, ਧੂਫ, ਅਗਰਬੱਤੀ, ਜੋਤਾਂ,
ਕੋਈ ਵੀ ਚੀਜ਼ਾਂ ਤੁਸੀਂ ਇਹ 15 ਤੋਂ 20 ਹਜ਼ਾਰ ਨਾਲ ਕੰਮ ਸ਼ੁਰੂ ਕਰ ਸਕਦੇ ਹੋ। ਅੱਛਾ, ਬਾਈ ਦੇ ਵਿੱਚ ਕਿਸੇ ਦੀ ਪਹਿਲੇ ਦਾ ਹੀ ਕੰਮ ਸ਼ੁਰੂ ਹੈ, ਮੰਨੋ ਕੋਈ ਲੇਡੀਜ਼ ਪਹਿਲੇ ਦਾ ਅਚਾਰ ਬਣਾ ਰਹੀ ਹੈ ਜਾਂ ਕੋਈ ਪਹਿਲੇ ਬੈਗ ਬਣਾ ਰਹੀ ਹੈ ਜਾਂ ਧੂਫ ਅਗਰਬੱਤੀ ਦਾ ਪਹਿਲੇ ਹੀ ਕੰਮ ਕਰੇ, ਯਾਨੀ ਕਿ ਉਹਦੇ ਕੋਲ ਟ੍ਰੇਨਿੰਗ ਵੀ ਹੈ, ਉਹਨਾਂ ਨੇ ਸਿੱਖਿਆ ਵੀ, ਉਹਦੇ ਕੋਲ ਸਾਰੀ ਚੀਜ਼ਾਂ ਹੈਗੀਆਂ। ਤੇ ਇੱਕ ਪ੍ਰੋਬਲਮ ਇਹ ਆਉਂਦੀ ਕਿ ਉਹਨਾਂ ਕੋਲ ਪੈਸਾ ਨਹੀਂ ਹੈ, ਠੀਕ ਹੈ, ਕੰਮ ਉਹਨਾਂ ਦਾ ਸ਼ੁਰੂ ਹੈ, ਉਹਨਾਂ ਕੋਲ ਪੈਸਾ ਨਹੀਂ, ਆਪਣਾ ਕੰਮ ਵਧਾਉਣਾ ਚਾਹੁੰਦੇ, ਤੇ ਕਾਰਪੋਰੇਸ਼ਨ ਦੇ ਵਿੱਚ 2 ਲੱਖ ਦਾ ਲੋਨ ਦਿੱਤਾ ਜਾਂਦਾ, ਚਾਹੇ ਉਹ 50,000 ਦਾ ਲੈ ਲੈਣ, ਚਾਹੇ ਲੱਖ ਦਾ ਲੈ ਲੈਣ, ਚਾਹੇ 2,000 ਦਾ ਲੋਨ ਲੈ ਲੈਣ, ਤੇ ਉਹਨੂੰ ਆਪਣੇ ਕੰਮ ਨੂੰ ਵਧਾ ਸਕਦੇ ਆ। ਮਤਲਬ ਕਿ ਜਿਹੜਾ ਕੰਮ ਆਲਰੇਡੀ ਚੱਲਦਾ ਹੈ ਉਹਦੇ ਵਿੱਚ ਉਹ ਲੋਨ ਦੇ ਕੇ ਕੁਝ ਅਮਾਉਂਟ ਇੰਟਰਸਟ ਦੀ ਰੱਖ ਕੇ, ਜਿੱਦਾਂ ਮੇਲਸ ਨੂੰ ਕਿੰਨਾ, ਤੇ ਕਿਉਂਕਿ ਇਹ ਚਲੋ ਆਪਾਂ ਫੀਮੇਲਸ ਦੀ ਗੱਲ ਕਰ ਰਹੇ ਹਾਂ, ਪਰ ਜੇ ਮੇਲ ਦੀ ਗੱਲ ਕਰੀਏ, ਜੇ ਹੁਣ ਮੰਨ ਲਓ ਵੀ ਮੇਲਸ ਓਬਵੀਅਸਲੀ ਘਰ ਚਲਾਉਣ ਦੇ ਵਿੱਚ ਮਤਲਬ ਮਰਦਾਂ ਦਾ ਬਹੁਤ ਹੱਥ ਹੁੰਦਾ, ਹਨਾ ਵੀ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਔਰਤਾਂ ਜਿਹੜਾ ਅੱਗੇ ਕੰਮ ਕਰਨਾ ਚਾਹੁੰਦੀਆਂ। ਸੋ ਜਿਹੜਾ 2 ਲੱਖ ਰੁਪਏ ਵਾਲਾ ਲੋਨ ਆ, ਜੇ ਮੇਲ ਦਾ ਵੀ ਕੋਈ ਕੰਮ ਚੱਲ ਰਿਹਾ, ਕਿ ਇਹ ਲੋਨ ਉਹਨੂੰ ਵੀ ਮਿਲੇਗਾ? ਹਾਂਜੀ ਬਿਲਕੁਲ, ਜਿਸ ਤਰ੍ਹਾਂ ਹੁਣ ਮੁੰਡੇ ਹੈਗੇ ਮੋਬਾਈਲ ਦਾ ਕੰਮ ਕਰ ਰਹੇ ਆ, ਸ਼ੋਪ ਹੈ ਉਹਨਾਂ ਦੀ, ਉਹਨਾਂ ਨੇ ਕਾਫੀ ਕੰਮ ਮਤਲਬ ਕਿ ਅਗਲਾ ਕਹਿੰਦੇ ਕਿ ਸਾਨੂੰ ਅਸੀਂ ਕੰਮ ਨੂੰ ਵਧਾਉਣਾ ਚਾਹੁੰਦੇ, ਤੇ ਉਹ ਵੀ ਲੋਨ ਲੈ ਸਕਦੇ ਆ, ਜਾਂ ਕੋਈ ਰਿਕਸ਼ਾ ਵਾਲਾ ਆ, ਜਾਂ ਕੋਈ ਟੈਂਪੂ ਵਾਲਾ ਆ, ਜਾਂ ਕੋਈ ਸਬਜ਼ੀ ਵਾਲਾ ਆ, ਕੋਈ ਵੀ ਹੈ, ਤੇ ਉਹ ਜਿਹਦੀ ਛੋਟੀ ਛੋਟੀ ਦੁਕਾਨਾਂ ਜਾਂ ਕੋਈ ਸੈਲੂਨ ਆ ਜਿਹਦਾ ਥੋੜਾ ਕੰਮ ਹੈ, ਤਾਂ ਉਹ ਆਪਣੇ ਕੰਮ ਨੂੰ ਵਧਾਉਣ ਲਈ 10,000 ਤੋਂ ਲੈ ਕੇ 2 ਲੱਖ ਦਾ ਲੋਨ ਹੈ। ਤੁਸੀਂ ਜਿੰਨਾ ਵੀ ਲੈ ਸਕਦੇ ਹੋ, ਜਿੰਨਾ ਕਿ ਤੁਸੀਂ ਮਤਲਬ ਕਿ ਕਰਜ਼ਾ ਜਿਹੜਾ ਘੱਟ ਲਿਆ ਜਾਵੇ ਤਾਂ ਜ਼ਿਆਦਾ ਵਧੀਆ। ਆਪਾਂ ਇਹ ਨਹੀਂ ਹੈ ਕਿ ਸਾਨੂੰ ਅਗਰ ਗਵਰਨਮੈਂਟ 2 ਲੱਖ ਜਾਂ 10 ਲੱਖ ਦੇ ਰਹੀ ਹੈ ਤਾਂ ਅਸੀਂ ਲੈ ਲਈਏ, ਕੋਸ਼ਿਸ਼ ਕਰੀਏ ਨਾ ਲਈਏ, ਪਰ ਜ਼ਿਆਦਾ ਹੀ ਜ਼ਰੂਰੀ ਹੈ, ਨੀਡ ਹੈ, ਤੇ ਹਾਂ ਆਪਣਾ ਕੰਮ ਵਧਾਉਣ ਦੇ ਖਾਤਰ ਲੋਨ ਲੈ ਸਕਦੇ। ਇਹਦੇ ਨਾਲ 25% ਸਬਸਿਡੀ ਆ, ਤੇ ਇਹਦੇ ਵਿੱਚ ਕੀ ਹੈ, ਕੋਈ ਜ਼ਿਆਦਾ ਫਾਰਮੈਲਿਟੀਆਂ ਵੀ ਨਹੀਂ ਹੈ, ਸਿਰਫ ਫਾਰਮੈਲਿਟੀਆਂ ਵੀ ਕਿਹੜੀਆਂ, ਇੱਕ ਤਾਂ ਐਕਸਪੀਰੀਅੰਸ, ਕਿ ਸਾਨੂੰ ਐਕਸਪੀਰੀਅੰਸ ਕਾਹਦਾ ਆ, ਅਸੀਂ ਲੋਨ ਲੈਣਾ ਕਾਹਦੇ ਵਾਸਤੇ ਆ, ਇੱਕ ਸਾਡਾ ਐਜੂਕੇਸ਼ਨ, ਵੀ ਐਜੂਕੇਸ਼ਨ ਕਿੰਨੀ ਹੈ ਸਾਡੀ, ਅਸੀਂ ਕਿੰਨਾ ਕੁ ਪੜ੍ਹੇ ਹੋਏ ਆ, ਤੇ ਇੱਕ ਆਧਾਰ ਕਾਰਡ। ਆ 3 ਤੋਂ 4 ਚੀਜ਼ਾਂ ਲੱਗਣੀਆਂ, ਤੇ ਤੁਸੀਂ ਆਪਣਾ, ਜੇ ਆਪਣਾ ਮਕਾਨ ਹੈ ਜਾਂ ਆਪਣੀ ਸ਼ੌਪ ਆ, ਤੇ ਬਿਜਲੀ ਦਾ ਬਿੱਲ ਲੱਗਣਾ, ਨਹੀਂ ਤਾਂ ਕਿਰਾਇਆ ਐਗਰੀਮੈਂਟ। ਅੱਛਾ, ਮਤਲਬ ਉਹ ਲੋਨ ਲੈ ਸਕਦੇ ਨੇ, ਯਾਨੀ ਕਿ ਮੇਲ ਵੀ ਲੋਨ ਲੈ ਸਕਦਾ, ਔਰ ਫੀਮੇਲ ਤਾਂ ਚਲੋ ਫੀਮੇਲ ਨੇ ਜੇ ਆਪਣਾ ਕੰਮ ਸ਼ੁਰੂ ਕੀਤਾ, ਉਹ ਵਧਾਉਣਾ ਚਾਹੁੰਦੀ ਹੈ, ਉਹ ਵੀ ਲੈ ਸਕਦੇ ਨੇ। 10,000 ਤੋਂ 2 ਲੱਖ ਤੱਕ ਦਾ ਜਿਹੜਾ ਲੋਨ ਹੈ ਮਿਲ ਜਾਂਦਾ। ਸੋ ਮੇਲ ਫੀਮੇਲ ਦੇ ਵਿੱਚ ਰੇਟ ਆਫ ਇੰਟਰਸਟ ਕਿੰਨਾ ਲੱਗਦਾ, ਇੰਟਰਸਟ ਕਿੰਨਾ ਲੱਗਦਾ, ਵਿਆਜ? ਦੇਖੋ 25% ਤੇ ਸਬਸਿਡੀ ਆ, ਜਿਹੜਾ ਲੇਡੀਜ਼ ਨੂੰ ਹੈ ਉਹ 4 ਤੋਂ 7% ਹੈ, ਤੇ ਜਿਹੜਾ ਜੈਂਟਸ ਹੈ ਉਹਨੂੰ 9% ਆ। ਅੱਛਾ, ਮਤਲਬ 7% ਹੈ, ਸੌਰੀ। ਅੱਛਾ, ਲੇਡੀਜ਼ ਨੂੰ 4% ਹੈ ਤੇ ਜੈਂਟਸ ਨੂੰ 7% ਜਿਹੜਾ ਉਹ ਲੋਨ ਮਿਲਦਾ। ਸੋ ਆਪਾਂ ਬੈਗਸ ਦਿਖਾਏ ਨੇ, ਇਹ ਤੁਸੀਂ ਦੇਖ ਸਕਦੇ ਹੋ ਕਿ ਮਾਰਕੀਟ ਦੇ ਵਿੱਚ ਜਿਹੜੇ ਜੂਟ ਦੇ ਬੈਗ ਮਿਲਦੇ ਨੇ, ਇਹ ਵੀ ਰੈਡੀ ਕੀਤੇ ਜਾਂਦੇ ਨੇ। ਸੋ ਉਸ ਤੋਂ ਬਾਅਦ ਇਹਨਾਂ ਨੇ ਜਿਵੇਂ ਦੱਸਿਆ ਕਿ ਵੇਸਟ ਮਟੀਰੀਅਲ ਤੋਂ ਜਿਹੜੇ ਬੈਗਸ ਨੇ ਉਹ ਤਿਆਰ ਕਰਵਾਏ ਗਏ ਨੇ। ਰੀਮਾ ਜੀ, ਇਹ ਬੈਗਸ ਦੀ ਤਾਂ ਗੱਲ ਹੋ ਗਈ, ਉਸ ਤੋਂ ਬਾਅਦ ਬਹੁਤ ਸਾਰੇ ਪ੍ਰੋਡਕਟਸ ਹੋਰ ਵੀ ਪਏ ਨੇ, ਹੈ ਨਾ? ਹੁਣ ਆਪਾਂ ਸੂਟ ਵਗੈਰਾ ਸੀਨੇ ਆ, ਸੂਟਾਂ ਦੇ ਵਿੱਚੋਂ ਜਾਂ ਕੋਈ ਡਰੈਸਾਂ ਤਿਆਰ ਕਰਦੇ ਆ। ਅੱਜ ਕੱਲ੍ਹ ਤੁਹਾਨੂੰ ਪਤਾ ਡਰੈਸਾਂ ਹੀ ਬੜੀ ਵਧੀਆ ਬਣੀਆਂ ਹੋਈਆਂ, ਔਰ ਉਹਦੇ ਵਿੱਚ ਡਰੈਸਾਂ ਦੇ ਵਿੱਚ ਇੰਨਾ ਕੀ ਕੱਪੜਾ ਲੱਗਦਾ, ਕਹਿੰਦੇ ਆ ਵੀ ਟੇਲਰ ਵੀ ਇੰਨਾ ਕੱਪੜਾ ਲੈ ਕੇ ਉਹ ਲੱਗਦਾ ਕਿਤੇ। ਹੁਣ ਇਹ ਤੁਸੀਂ ਆਹ ਦੇਖੋ ਕਿੰਨਾ ਕੁ ਪੀਸ ਲੱਗਾ ਹੋਇਆ, ਬਿਲਕੁਲ ਹੀ ਛੋਟਾ ਲੱਗਾ, ਪਰ ਬਣਾਇਆ ਵਧੀਆ ਕਰਕੇ। ਅੱਛਾ, ਇੱਕ ਕੁਸ਼ਨ ਤੇ ਪਿੱਲੋ ਸੈੱਟ ਆ। ਹਾਂਜੀ, ਪਿੱਲੋ ਸੈੱਟ ਹੈ। ਇਹ ਜਿਹੜਾ ਵੇਸਟ ਹੈਗਾ ਆ, ਅਸੀਂ ਉਹਨਾਂ ਨਾਲ ਤਿਆਰ ਕਰਦੇ ਆ। ਤੁਸੀਂ ਜਿਵੇਂ ਦੱਸਿਆ ਕਿ ਸਰਫ, ਫਰਨਾਇਲ ਵਗੈਰਾ ਵੀ ਤਿਆਰ ਕੀਤੀ ਜਾਂਦੀ ਹੈ। ਸੋ ਅੱਜ ਕੱਲ੍ਹ ਨਾ ਬਹੁਤ ਜ਼ਿਆਦਾ ਟ੍ਰੈਂਡ ਆਪਾਂ ਦੇਖਦੇ ਹਾਂ, ਕੁੱਲੜ ਦਾ ਬਹੁਤ ਜ਼ਿਆਦਾ ਟ੍ਰੈਂਡ, ਇਹ ਵੀ ਤਿਆਰ ਕਰਵਾਉਂਦੇ ਤੁਸੀਂ? ਕੁੱਲੜ ਦੇ ਵਿੱਚ ਚਾਹ, ਲੱਸੀ, ਦੁੱਧ ਪੀ ਲੈਂਦੇ ਆ, ਤੇ ਉਸ ਤੋਂ ਬਾਅਦ ਇਹ ਵੇਸਟ ਹੋ ਜਾਂਦਾ ਆ, ਤੇ ਅਸੀਂ ਵੇਸਟ ਨੂੰ ਬਾਹਰ ਨਹੀਂ ਸੁੱਟਣਾ। ਅਸੀਂ ਵੇਸਟ, ਕਿਉਂਕਿ ਸਾਡੀ ਸ਼ੌਪ ਹੀ ਆ ਵੇਸਟ ਮਟੀਰੀਅਲ ਨਾਲ ਪ੍ਰੋਜੈਕਟ ਬਣਾਉਣੇ। ਕਿਚਨ ਦਾ ਵੇਸਟ ਹੁੰਦਾ ਆ, ਉਹਦੇ ਨਾਲ ਅਸੀਂ ਖਾਦ ਤਿਆਰ ਕਰਦੇ, ਸਾਡੇ ਕੋਲ ਵੀ ਪਈ ਆ, ਉਹ ਖਾਦ ਵਿੱਚ ਪਾ ਕੇ ਅਸੀਂ ਇਹ ਵੀ ਸੇਲ ਕਰਦੇ ਹਾਂ। ਸੋ ਬੀਬੀਆਂ ਦੀ ਹੱਟੀ ਤੇ ਇੱਕ ਚੀਜ਼ ਹੋਰ ਹੈ ਕਿ ਜੇਕਰ ਵੇਸਟ ਮਟੀਰੀਅਲ ਹੈ ਤੇ ਉਹਨੂੰ ਸੁੱਟਣਾ ਨਹੀਂ, ਉਹਦਾ ਦੁਬਾਰਾ ਇਸਤੇਮਾਲ ਜਿਹੜਾ ਹੈ ਸਾਨੂੰ ਦੇ ਕੇ ਜਾਓ। ਅਸੀਂ ਲੋਕਾਂ ਨੂੰ, ਜਿਹੜੀਆਂ ਨੀਡੀ ਲੇਡੀਜ਼ ਹੈਗੀਆਂ, ਜਿਹੜੇ ਆਪਣੇ ਕੋਲੋਂ ਪੈਸੇ ਨਹੀਂ ਲਾ ਸਕਦੀ, ਜਿਸ ਤਰ੍ਹਾਂ ਤੁਸੀਂ ਉਹ ਕੱਪੜੇ ਉਹ ਪਏ ਦੇਖੋ, ਕਿਸੇ ਨੇ ਸਾਨੂੰ ਕੱਪੜੇ ਪਹੁੰਚਾਏ ਆ, ਤੇ ਉਹ ਕੱਪੜੇ ਅਸੀਂ ਉਹ ਲੇਡੀਜ਼ ਨੂੰ ਦੇਵਾਂਗੇ, ਉਹ ਕੁਝ ਵੀ ਉਸ ਕੱਪੜੇ ਦਾ ਬਣਾ ਕੇ ਉਹ ਸੇਲ ਕਰ ਸਕਦੀ, ਯਾਨੀ ਕਿ ਉਹਨੂੰ ਰੋਜ਼ਗਾਰ ਮਿਲ ਜੂ। ਔਰ ਬਹੁਤ ਸਾਰੀਆਂ ਚੀਜ਼ਾਂ, ਦੀਵੇ ਪਏ ਨੇ, ਔਰ ਜਿਹੜੀਆਂ ਧੂਫ ਅਗਰਬੱਤੀਆਂ ਪਈਆਂ ਹੋਈਆਂ ਨੇ, ਇਹ ਸਭ ਲੇਡੀਜ਼ ਖੁਦ ਤਿਆਰ ਕਰਦੀਆਂ ਨੇ? ਘਰ 'ਚ ਤਿਆਰ, ਹੱਥਾਂ ਨਾਲ ਤਿਆਰ ਕੀਤੀਆਂ ਹੋਈਆਂ ਆ ਧੂਫ, ਦੀਵੇ ਵੀ ਸਾਡੇ ਕੋਲ ਕਾਫੀ ਪ੍ਰੋਜੈਕਟ ਦੇ। ਬਟ ਮੰਦਿਰ 'ਚ ਜਿਸ ਤਰ੍ਹਾਂ ਸੇਲ ਸਾਡੀ ਲੱਗੀ ਆ, ਉੱਥੋਂ ਸਾਡਾ ਕਾਫੀ ਸਮਾਨ ਨਿਕਲ ਚੁੱਕਾ ਹੈ। ਅੱਛਾ ਜੀ। ਤੇ ਜਿਵੇਂ ਰੀਮਾ ਜੀ, ਚੂੜੀਆਂ ਤਾਂ ਚਲੋ ਇਹ ਪਈਆਂ ਨੇ, ਔਰ ਸਾਡੇ ਕੋਲ ਲਾਖ ਦੀ ਚੂੜੀਆਂ, ਤੁਹਾਨੂੰ ਉਹ ਦਿਖਾ ਦਿੰਨੇ ਆ। ਹਾਂ ਜੀ, ਲਾਖ ਦੀ ਚੂੜੀਆਂ, ਜੇ ਕਿਸੇ ਨੇ ਸਿੱਖਣੀ ਹੋਵੇ, ਕਿਸੇ ਨੇ ਬਣਾਉਣੀ ਹੋਵੇ, ਕਿਸੇ ਨੇ ਸੇਲ ਕਰਨੀ ਹੋਵੇ, ਖਰੀਦਣੀ ਹੋਵੇ, ਉਹ ਇਹ ਕੰਮ ਸਾਡੇ ਨਾਲ ਕਰ ਸਕਦਾ ਹੈ। ਇਹ ਬਹੁਤ ਸੋਹਣੇ ਡਿਜ਼ਾਈਨ ਨੇ ਜਿਹੜੇ ਲੇਡੀਜ਼ ਬਣਾਉਂਦੀਆਂ ਨੇ, ਹਨਾ ਵੀ ਬਹੁਤ ਪਿਆਰੇ ਡਿਜ਼ਾਈਨਸ ਜਿਹੜੇ ਨੇ ਪਏ ਨੇ। ਮੈਂ ਚਾਹੁੰਦੀ ਹਾਂ ਵੀ ਆਪਾਂ ਦਰਸ਼ਕਾਂ ਨੂੰ ਵੀ ਦੱਸੀਏ ਕਿ ਇੱਕ 85 ਸਾਲਾ ਔਰਤ ਨੇ ਜਿਹੜੇ ਉੱਨ ਦੇ ਸ਼ੂ ਬਣਾ ਕੇ ਤੁਹਾਨੂੰ ਦਿੱਤੇ, ਇਹ ਇੱਕ 85 ਈਅਰ ਓਲਡ ਲੇਡੀ ਨੇ ਤਿਆਰ ਕੀਤੇ ਨੇ।
ਸੋ ਉਹ ਮਤਲਬ ਜਿਹੜੇ ਘਰ ਦੇ ਵਿੱਚ ਨੀਡੀ ਆ, ਜਿਹੜੇ ਬਾਹਰ ਨਹੀਂ ਆ ਸਕਦੇ ਜਾਂ ਘਰੋਂ ਕੰਮ ਕਰਨਾ ਚਾਹੁੰਦੇ ਨੇ, ਉਹਨਾਂ ਦੇ ਲਈ ਬੀਬੀਆਂ ਦੀ ਹੱਟੀ ਬਹੁਤ ਹੈਲਪਫੁਲ ਹੈ। ਸੋ ਇਹ ਉਹ ਸ਼ੂਜ਼ ਨੇ, ਇਹ ਪਿਆਰੇ ਪਿਆਰੇ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਸਾਈਜ਼ ਦੇ ਸ਼ੂਜ਼ ਜਿਹੜੇ ਨੇ ਉਹਨਾਂ ਵੱਲੋਂ ਰੈਡੀ ਕੀਤੇ ਗਏ ਨੇ ਔਰ ਇਹਨਾਂ ਦੇ ਬੀਬੀਆਂ ਦੀ ਹੱਟੀ ਦੇ ਗਰੁੱਪ ਦੇ ਵਿੱਚ ਜਿਹੜਾ ਹੈ ਉਹ ਭੇਜੇ ਗਏ ਨੇ। ਕਿਵੇਂ ਮੁਲਾਕਾਤ ਹੋਈ, ਕਿਵੇਂ ਉਹਨਾਂ ਨੂੰ ਪਤਾ ਲੱਗਾ? ਉਹਨਾਂ ਨੂੰ ਨਾ ਮੇਰੇ ਕੋਲ ਕਿਸੇ ਨੇ ਭੇਜਿਆ ਕਿ ਤੁਸੀਂ ਜਾ ਕੇ ਉੱਥੇ ਰੀਮਾ ਮੈਡਮ ਰਹਿੰਦੇ, ਉਹਨਾਂ ਨੂੰ ਮਿਲੋ। ਤੇ ਉਹ ਮੇਰੇ ਕੋਲ ਆਏ ਤੇ ਕਹਿੰਦੇ ਰੀਮਾ ਮੈਨੂੰ ਤੇ ਇੰਨਾ ਕੰਮ ਹੈ। ਮੈਂ ਕਿਹਾ ਹਾਂਜੀ ਆਂਟੀ ਦੱਸੀਏ। ਕਹਿੰਦੇ ਇਦਾਂ ਦਾ ਕਰਕੇ ਮੇਰੇ ਆਹ ਸੌਕਸ ਪਏ ਆ, ਬਕਵਾ ਦੇ। ਮੈਂ ਆਪਣੇ ਕੋਲੋਂ ਜਿੰਨੇ ਪੈਸੇ ਸਰੇ ਮੈਂ ਫੜਾ ਕੇ ਤੇ ਮੈਂ ਇਹਨੂੰ ਇਦਾਂ ਹੀ ਇਕੱਠੇ ਕੀਤੇ ਤੇ ਆਪਣੇ ਪਰਸ 'ਚ ਪਾ ਕੇ ਦੇਵੀ ਤਲਾ ਮੰਦਿਰ ਜਿੱਥੇ ਸਾਡਾ ਐਗਜੀਬਿਸ਼ਨ ਲੱਗਾ ਸੀ ਮੈਂ ਲੈ ਗਈ ਔਰ ਮੈਂ ਇਹਨੂੰ ਨਾ ਬਕਸੂਏ 'ਚ ਇਦਾਂ ਟੰਗ ਕੇ ਤੇ ਇਦਾਂ ਹੀ ਟੰਗੇ। ਰਮਨਪ੍ਰੀਤ ਮੈਮ ਮੇਰੇ ਸਾਹਮਣੇ ਉਹਨਾਂ ਦੇ ਸਾਹਮਣੇ ਦੀ ਗੱਲ ਟੰਗੇ, ਜਿਸ ਤਰ੍ਹਾਂ ਹੀ ਮੈਂ ਟੰਗੇ ਹਜੇ ਬਕਸੂਏ ਮੇਰੇ ਹੱਥ 'ਚ ਮੈਂ ਟੰਗੇ। ਇੱਕ ਲੇਡੀਜ਼ ਆਈ ਹੈ, ਮੈਂ ਬਾਹਰ ਭੇਜਾਂਗੀ ਆਪਣੇ ਪੋਤੇ ਪੋਤੀਆਂ ਲਈ ਔਰ ਖੁਸ਼ ਆ, ਅੱਜ ਕੱਲ੍ਹ ਇਹੋ ਜਿਹੀ ਚੀਜ਼ਾਂ ਮਿਲਦੀ ਨਹੀਂ। ਤੇ ਮੇਰੇ ਅੱਖਾਂ 'ਚ ਇੱਕਦਮ ਪਾਣੀ ਆ ਗਿਆ ਬਈ ਦੇਖੋ ਇੱਕ ਲੇਡੀਜ਼ ਕਿੰਨੀ ਲੋੜ ਸੀਗੀ, ਉਹਨੂੰ ਲੋੜ ਸੀ ਵੇਚਣ ਦੀ ਔਰ ਇੱਕ ਲੇਡੀਜ਼ ਨੂੰ ਖਰੀਦਣ ਦੀ। ਉਹਨੇ ਆਪਣੇ ਬੱਚਿਆਂ ਲਈ ਭੇਜੀ ਨਹੀਂ ਔਰ ਉਹਨੇ ਆਪਣਾ ਘਰ ਗੁਜ਼ਾਰਾ ਕਰਨ ਲਈ ਵੇਚੀ ਆ। ਤੇ ਜਿਸ ਤਰ੍ਹਾਂ ਹੀ ਮੈਂ ਬਕਸੇ ਨਾਲ ਟੰਗੀ ਔਰ ਉਹ ਵਿਕ ਗਈ, ਮੈਨੂੰ ਇੰਨੀ ਕੁ ਖੁਸ਼ੀ ਆਈ ਔਰ ਖੁਸ਼ੀ ਨਾਲ ਤੁਸੀਂ ਬਿਲੀਵ ਨਹੀਂ ਕਰੋਗੇ ਵੀ ਮੈਨੂੰ ਰੋਣਾ ਵੀ ਨਾਲ ਹੀ ਆ। ਮਤਲਬ ਰੋਂਗਟੇ ਖੜੇ ਹੁੰਦੇ ਕਿ ਇੱਕ 85 ਸਾਲਾ ਔਰਤ ਜਿਹੜੀ ਘਰ ਚਲਾਉਣ ਲਈ ਉਹ ਲੇਡੀ ਕਿਵੇਂ ਲੱਭਦੀ ਹੋਏਗੀ ਕਿ ਮੇਰੇ ਹੱਥ 'ਚ ਹੁਨਰ ਹੈ ਨਾ ਉਹ ਉਹਨਾਂ ਦਾ ਬੁਣਨ ਦਾ। ਸੋ ਆ ਵੀ ਦੇਖੋ ਕਿੰਨਾ ਪਿਆਰਾ ਪੀਸ ਉਹਨਾਂ ਨੇ ਬੁਣਿਆ ਹੋਇਆ ਹੈ ਨਾ, ਵੀ ਬੜਾ ਕਿਊਟ ਜਿਹਾ ਆ। ਸੋ 85 ਸਾਲਾ ਔਰਤ ਜਿਹਨੂੰ ਲੋੜ ਸੀਗੀ, ਸੋ ਬੀਬੀਆਂ ਦੀ ਹੱਟੀ ਨੇ ਉਹਨਾਂ ਨੂੰ ਹੈਲਪ ਕੀਤੀ, ਉਹਨਾਂ ਨੇ ਸੇਲ ਕੀਤਾ, ਉਹਨਾਂ ਨੇ ਘਰ ਚਲਾਇਆ। ਮਤਲਬ ਰੁਜ਼ਗਾਰ ਮਿਲਦਾ ਹੈ, ਪੈਸਾ ਮਿਲਦਾ ਹੈ। ਜਿਨ੍ਹਾਂ ਲੋਕਾਂ ਨੂੰ ਲੋੜ ਹੈ, ਜਿਨ੍ਹਾਂ ਲੇਡੀਜ਼ ਨੂੰ ਲੋੜ ਹੈ, ਉਹਨਾਂ ਦੇ ਲਈ ਇਹ ਅੱਗੇ ਆਉਂਦੇ ਨੇ, ਹੈ ਨਾ। ਬਹੁਤ ਵਧੀਆ ਕਾਰਜ ਤੁਸੀਂ ਕਰ ਰਹੇ ਹੋ ਔਰ ਬਹੁਤ ਮੈਨੂੰ ਲੱਗਦਾ ਕਿ ਲੇਡੀਜ਼ ਦੇ ਲਈ ਇੱਕ ਚੰਗਾ ਕਹਿ ਲਓ ਵੀ ਇੱਕ ਪਲੈਟਫਾਰਮ ਆ ਕਿ ਘਰੋਂ ਕੰਮ ਕਰਕੇ ਜਿਹੜਾ ਹੈ ਅੱਗੇ ਆ ਸਕਦੀਆਂ ਨੇ। ਘਰੋਂ ਕੰਮ ਕਰਕੇ ਆਪਣੇ ਪ੍ਰੋਡਕਟਸ ਜਿਨ੍ਹਾਂ 'ਚ ਉਹ ਹੁਨਰ ਉਹਨਾਂ ਦਾ ਹੈ, ਚਾਹੇ ਉਹ ਅਚਾਰ ਬਣਾਉਣ ਦਾ ਹੈ, ਚਾਹੇ ਕੋਈ ਵੀ ਕਹਿ ਲਓ ਵੀ ਬੈਗਸ ਆ ਜਾਂ ਕੱਪੜੇ ਨੇ, ਕੁੜਤਾ ਪਜਾਮਾ ਜਾਂ ਫਿਰ ਕਹਿ ਲਓ ਵੀ ਕੁਝ ਵੀ ਬਣਾਉਣਾ ਜਾਣਦੀਆਂ ਨੇ ਉਹ, ਉਹਨਾਂ ਦਾ ਫੂਡ ਦੇ ਵਿੱਚ ਹੁਨਰ ਹੈ। ਉਹ ਜੇ ਉਹਨਾਂ ਨੂੰ ਕੋਈ ਨਹੀਂ ਰਸਤਾ ਲੱਭਦਾ ਵੀ ਅਸੀਂ ਕਿੱਥੇ ਸੇਲ ਕਰਨਾ ਹੈ, ਕਿਵੇਂ ਸੇਲ ਕਰਨਾ, ਤੇ ਬੀਬੀਆਂ ਦੀ ਹੱਟੀ ਤੁਸੀਂ ਜ਼ਰੂਰ ਦੱਸਿਓ ਵੀ ਕਿੱਥੇ ਪਹੁੰਚ ਕੇ ਕਿਵੇਂ ਪਹੁੰਚ ਕੇ ਸਾਡੇ ਨਾਲ ਜੁੜੇ ਔਰ ਆਪਣਾ ਸਮਾਨ ਜਿਹੜਾ ਸੇਲ ਕਰ ਸਕੇ। ਦੇਖੋ ਇਹ ਨਗਰ ਨਿਗਮ ਜਲੰਧਰ ਦੇ ਵਿੱਚ ਆਪਣੇ ਕਾਲੀ ਸਰ ਦੀ ਕੋਠੀ ਦੇ ਬਿਲਕੁਲ ਸਾਹਮਣੇ ਬੇਸਮੈਂਟ 'ਚ 6 ਨੰਬਰ ਸ਼ਾਪ ਆ ਜਿਹਦਾ ਨਾਮ ਹੈ ਬੀਬੀਆਂ ਦੀ ਹੱਟੀ, ਠੀਕ ਹੈ ਜੀ। ਉੱਥੇ ਆ ਕੇ ਸਾਨੂੰ ਮਿਲਣ, ਜਿਹੜਾ ਵੀ ਪ੍ਰੋਜੈਕਟ ਬਣਾਉਣਾ ਆਉਂਦਾ ਉਹਨਾਂ ਨੂੰ ਸੇਲ ਅਸੀਂ ਕਰਵਾਵਾਂਗੇ ਐਗਜੀਬਿਸ਼ਨ ਦੇ ਵਿੱਚ। ਔਰ ਜੇ ਨਹੀਂ ਕੁਛ ਆਉਂਦਾ ਉਹ ਆ ਕੇ ਸਿੱਖ ਸਕਦੀਆਂ ਆ। ਜਦੋਂ ਸਾਡੇ ਨਾਲ ਕੋਈ ਲੇਡੀ ਜੁੜਦੀ ਆ, ਦਿਲੋਂ ਕਹਿ ਰਹੀ ਹਾਂ, ਬਟ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ। ਬਹੁਤ ਬਹੁਤ ਸ਼ੁਕਰੀਆ ਰੀਮਾ ਜੀ ਸਾਡੇ ਨਾਲ ਗੱਲ ਕਰਨ ਦੇ ਵਿੱਚ। ਥੈਂਕ ਯੂ ਸੋ ਮਚ। ਸੋ ਤੁਸੀਂ ਦੇਖਿਆ ਕਿ ਕਿਵੇਂ ਜਿਹੜੀਆਂ ਲੇਡੀਜ਼ ਨੇ ਉਹ ਆਪਣਾ ਹੁਨਰ ਜਿਹੜਾ ਤਰਾਸ਼ ਕੇ, ਜਾਂ ਤਾਂ ਜਿਨ੍ਹਾਂ ਨੂੰ ਆਉਂਦਾ ਹੈ ਕੁਝ ਉਹ ਵੀ ਜੁੜ ਸਕਦੀਆਂ ਨੇ, ਜਿਨ੍ਹਾਂ ਨੂੰ ਨਹੀਂ ਆਉਂਦਾ ਨਾ ਉਹ ਵੀ ਜੁੜ ਸਕਦੀਆਂ ਨੇ, ਕਿ ਸਿੱਖ ਸਕਦੀਆਂ ਨੇ, ਆਪਣੇ ਹੁਨਰ ਨੂੰ ਤਰਾਸ਼ ਸਕਦੀਆਂ ਨੇ, ਉਹਨੂੰ ਨਿਖਾਰ ਕੇ ਫਿਰ ਅੱਗੇ ਆਪਣੇ ਘਰ ਦਾ ਗੁਜ਼ਾਰਾ ਵੀ ਕਰ ਸਕਦੀਆਂ ਨੇ। ਫਿਲਹਾਲ ਦੇ ਲਈ ਇੰਨਾ ਹੀ। ਕੈਮਰਾਮੈਨ ਅਵੀ ਦੇ ਨਾਲ ਮੈਂ ਅਮਨਦੀਪ, 1 ਇੰਡੀਆ ਪੰਜਾਬੀ। Subscribe to One India channel and never miss an update.